ਲਓ ਜੀ ਦੋਸਤੋ, ਅਸੀਂ ਇਸ ਟਾਈਮ ਮੌਜੂਦ ਹਾਂ ਜੀ ਸਮਾਨ ਇੰਟਰਪ੍ਰਾਈਜ਼ ਲਾਹੌਰ ਤੇ ਮਾਸ਼ਾਅੱਲਾ ਅੱਗੋਂ ਨਾ ਸੀਜ਼ਨ ਆਉਣ ਲੱਗਾ ਜੀ ਗੰਦਮ ਦਾ ਤੇ ਚਾਪੜਾਂ ਤੇ ਭਾਈ ਟਰੈਕਟਰ ਤਿਆਰ ਕਰਾਏ ਜਾ ਰਹੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਆਇਆ ਕਿ ਇਹ ਟਰੈਕਟਰ ਕਿਸ ਵਾਸਤੇ ਆਇਆ, ਕੀ ਇਹਦਾ ਕਰਾਉਣ ਲੱਗੇ ਨੇ। अस्सलाम वालेकुम जी। वालेकुम अस्सलाम ਹਾਂਜੀ ਭਾਈ, ਕੀ ਹਾਲ ਜੀ? ਠੀਕ ਠਾਕ ਹੋ जी? ठीक ठाक, शुक्र अल्हम्दुलिल्लाह। ਅੱਗੋਂ ਹੁਣ ਚਾਪੜਾਂ ਦਾ ਸੀਜ਼ਨ ਆਉਣ ਲੱਗਾ ਤੇ ਕੀ ਸੂਰਤ ਹਾਲ ਹੈ, ਕੀ ਇਹ ਇhtiyati ਤਦਾਬੀਰ ਦਿੰਦੇ ਕਿਉਂਕਿ ਤੁਸੀਂ ਤੇ ਪ੍ਰੋਫੈਸ਼ਨਲ ਬੰਦੇ ਹੋ, ਕੰਪਨੀ ਦੇ ਆਥੋਰਾਈਜ਼। ਜੀ ਮਾਸ਼ਾਅੱਲਾ, ਬੜਾ ਅੱਛਾ ਸਵਾਲ ਤੁਸੀਂ ਕੀਤਾ। ਲੇਕਿਨ ਇਹ ਹੈ ਕਿ ਜਿਹੜੇ ਚਾਪਰਾਂ ਦੇ ਅੰਦਰ ਡਰਾਈਵਰ ਸਾਡੇ ਇਸਤੇਮਾਲ ਕਰ ਰਹੇ ਨੇ ਨਾ ਟਰੈਕਟਰ, ਜੀ ਜੀ, ਡਰਾਈਵਰਾਂ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਅੱਛਾ ਤੇਲ ਜਿਹੜਾ ਹੈਗਾ ਨਾ ਇਹਦਾ ਇੰਤਖਾਬ ਕਰਨ। ਹਾਂ ਕਿਉਂਕਿ ਇਸ ਟਾਈਮ ਮਾਰਕੀਟ ਦੇ ਅੰਦਰ ਨਾ ਤੇਲ ਜਿਹੜਾ 2 ਨੰਬਰ ਬਹੁਤ ਆ ਰਿਹਾ ਹੈ। ਬਿਲਕੁਲ ਬਿਲਕੁਲ। ਕਿਉਂਕਿ ਇਹ ਹੁਣ ਦੇਖੋ, ਇੱਕ ਸਾਨੂੰ ਪਤਾ ਹੀ ਹੈ ਕਿ ਜਿਹਨੇ ਤੇਲ ਰੱਖਿਆ ਉਹਨਾਂ ਨੂੰ ਪਤਾ ਹੈ। ਅੱਛਾ, ਜਿਹੜਾ ਮਕੈਨਿਕ ਹੈ ਉਹੀ ਤੇਲ ਦੀ ਪਹਿਚਾਣ ਕਰ ਸਕਦਾ ਵੇ, ਡਰਾਈਵਰ ਕਦੇ ਵੀ ਨਹੀਂ ਕਿਸੇ ਸੂਰਤ ਵੀ ਕਰ ਸਕਦਾ। ਬਿਲਕੁਲ। ਹੁਣ ਦੇਖੋ ਜੀ, ਉਹਨਾਂ ਨੇ ਇਹ ਜਿਹੜਾ ਸਾਡੇ ਕੋਲ ਟਰੈਕਟਰ ਇੱਕ ਆਇਆ ਸੀ ਇੰਜਨ ਵਾਲਾ ਲਾਉਣ ਹੋਣ ਵਾਸਤੇ, ਇਹ ਬਹੁਤ ਹੀ ਜਿਹੜੀ ਅਗੇਂਸਟ ਨਾ ਬਲੋ ਮਾਰ ਰਿਹਾ ਸੀ। ਜਿਸ ਟਾਈਮ ਅਸੀਂ ਟਰੈਕਟਰ ਨੂੰ ਦੇਖਿਆ ਵੇ, ਟਰੈਕਟਰ ਨੇ ਮਿੱਟੀ ਬਹੁਤ ਹੀ ਖਾਦੀ ਸੀ। ਠੀਕ ਹੋ। ਜਿਸ ਟਾਈਮ ਅਸੀਂ ਇਹਦਾ ਹੈੱਡ ਪੁੱਟਿਆ, ਦੇਖੋ ਜੀ ਥੋੜਨਾ ਦੇ ਹਿਸਾਬ ਨਾਲ ਜਿਹੜੀ ਹੈਗੀ ਨਾ ਸਲੀਪ ਵੱਢੀ ਗਈ। ਬਹੁਤ ਹੀ ਜ਼ਿਆਦਾ ਬੁਰਾ ਹਾਲ ਸੀ, ਜਿੰਦੀ ਵਜ੍ਹਾ ਤੋਂ ਅਸੀਂ ਜਿਸ ਟਾਈਮ ਨਾ ਇਹਦਾ 에ਅਰ ਕਲੀਨਰ ਖੋਲਿਆ ਤਾਂ ਜਨਾਬ 에ਅਰ ਕਲੀਨਰ ਹੀ ਬਲੌਕ ਸੀ। ਲੇਕਿਨ ਇਹ ਲਿਹਾਜ਼ਾ ਜਿਹੜਾ ਹੈਗਾ ਨਾ, ਮੇਰਾ ਇੱਕ ਹੀ ਮਸ਼ਵਰਾ ਹੈ ਸਾਰੇ ਮਕੈਨਿਕਾਂ ਭਾਈਆਂ ਅੱਗੇ ਔਰ ਮੇਰੇ ਜ਼ਿਮੀਂਦਾਰਾਂ ਅੱਗੇ ਵੀ, ਕਿ ਜਿਹੜੇ ਡਰਾਈਵਰ ਹਜ਼ਰਾਤ ਡੇਰਿਆਂ ਦੇ ਤੇਲ ਬਦਲਦੇ ਹਨ ਨਾ, ਇਹਨੂੰ ਥੋੜਾ ਜਿਹਾ ਪਰਹੇਜ਼ ਕਰਨ। ਮਕੈਨਿਕ ਕੋ ਜਾਣ, ਉੱਥੇ ਮਕੈਨਿਕ ਕੋ ਪੁੱਛਣ ਕਿ ਯਾਰ ਇਹਦੇ ਅੰਦਰ ਤੇਲ ਅਸੀਂ ਕਿਹੜਾ ਇਸਤੇਮਾਲ ਕਰਨਾ ਹੈ। ਆਥੋਰਾਈਜ਼ ਵਰਕਸ਼ਾਪ ਤੇ ਜਾਣ। ਹਾਂਜੀ, ਕਿਸੇ ਦੀ ਜਿਹੜੀ ਅੱਛੀ ਵਰਕਸ਼ਾਪ ਹੈ, ਅੱਛਾ ਮਕੈਨਿਕ ਉਹਦਾ ਇੰਤਖਾਬ ਕਰਨ। ਜ਼ਿਮੀਂਦਾਰਾਂ ਵਾਸਤੇ ਬੜਾ ਹੀ ਫਾਇਦਾਮੰਦ ਹੈ। ਇਹ ਮੇਰਾ ਸਵਾਲ ਹੈ ਕਿ ਜਦੋਂ ਹੀ ਡਰਾਈਵਰ ਦੇ ਪਿੱਛੇ ਲੱਗ ਕੇ ਕਿਸਾਨ ਭਾਈ ਤੇਲ ਚੇਂਜ ਕਰਾਏਗਾ ਨਾ, ਨੁਕਸਾਨ ਹੋਏਗਾ। ਹੁਣ ਦੇਖੋ ਜੀ, ਇਹ ਡਰਾਈਵਰ ਹਜ਼ਰਾਤ ਇਹ ਆਪਣੇ ਡੇਰੇ ਤੇ ਤੇਲ ਚੇਂਜ ਕਰਦਾ ਰਿਹਾ, ਲੇਕਿਨ ਉਹਨੇ ਗੌਰ ਨਹੀਂ ਕੀਤਾ ਆਪਣੇ 에ਅਰ ਕਲਿੰਡਰ ਤੇ, ਬਿਲਕੁਲ ਹੀ ਬਲੌਕ ਸੀ, ਜਿਹਦੇ ਨਾਲ ਮਿੱਟੀ ਗਈ ਹੈ, ਇੰਜਨ ਬਿਲਕੁਲ ਹੀ ਡਾਊਨ ਹੋ ਗਿਆ ਹੈ। ਤੇਲ ਕਿਹੜਾ ਪਾਉਣਾ ਚਾਹੀਦਾ? ਤੇਲ 20-50 ਜਾਂ 15-40। ਅੱਛਾ। ਹਾਂਜੀ। ਤੇ ਹੁਣ ਕੋਈ ਚਾਪੜ ਜਿਹੜੇ ਚੱਲਣੇ ਨੇ ਉਹ ਵੱਡੇ 에ਅਰ ਕਲੀਨਰ, ਡਬਲ 에ਅਰ ਕਲੀਨਰ ਕਰਾਦੇ ਨੇ ਜੀ ਬਿਲਕੁਲ। ਹੋਰ ਇਸ ਤੋਂ ਇਲਾਵਾ ਕਿਹੜੀ ਇhtiyati ਤਦਾਬੀਰ ਨੇ ਹੁਣ ਚਾਪੜ ਤੇ? ਉਹਨਾਂ ਵਾਸਤੇ ਤਦਾਬੀਰ ਇਹੀ ਹੈ ਕਿ ਦੇਖੋ ਜੀ, ਉਹ ਬਾਰ-ਬਾਰ ਆਪਣੇ 에ਅਰ ਕਲੀਨਰ ਦੇ ਜਿਹੜੇ ਸ਼ੀਸ਼ੇ ਨੇ ਉਹ ਸਾਫ਼ ਕਰਨ। ਇੱਕ ਦਿਨ ਦੇ ਅੰਦਰ 2 ਦਫਾ 에ਅਰ ਕਲੀਨਰ ਸਾਫ਼ ਕਰਨ, ਕਿਉਂਕਿ ਮਿੱਟੀ ਘਟਾ ਲੁਦਗੀ ਜਿਹੜੀ ਹੈਗੀ ਨਾ 에ਅਰ ਕਲੀਨਰ ਅੰਦਰ ਬਹੁਤ ਜਮਾ ਹੁੰਦੀ ਹੈ। ਬਿਲਕੁਲ ਬਿਲਕੁਲ। ਲਓ ਜੀ, ਇਹ ਕੁਝ ਇhtiyati ਤਦਾਬੀਰਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਕੋਈ ਚਾਪੜ ਦਾ ਸੀਜ਼ਨ ਆਉਣ ਲੱਗਾ, ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਹਾਂਜੀ। ਤੇ ਟਰੈਕਟਰ ਵੀ ਨਾਲ ਹੀਟ ਹੋ ਜਾਂਦੇ ਨੇ, ਤੇ ਉਹਨਾਂ ਵਾਸਤੇ ਇhtiyati ਤਦਾਬੀਰਾਂ ਨੇ। ਬਾਕੀ ਇਹ ਭਾਈ ਹੁਣੀ ਆ ਟਰੈਕਟਰ, ਆ ਕਿਹੜਾ ਮਾਡਲ ਟਰੈਕਟਰ ਜੀ? ਇਹ ਟਰੈਕਟਰ 20 ਮਾਡਲ ਹੈਗਾ। ਇਹ 20 ਮਾਡਲ ਟਰੈਕਟਰ ਹੈ, ਤੇ ਇਹਦਾ ਕੀ ਕਰਾ ਰਹੇ ਜੀ? ਇਹਦਾ ਜੀ ਇੰਜਨ ਓਵਰਹਾਲ ਕਰ ਰਹੇ ਹਾਂ ਅਸੀਂ। ਓਵਰਹਾਲ ਕਰਦੇ? ਹਾਂਜੀ, ਮੁਕੰਮਲ ਓਵਰਹਾਲ ਕਰ ਰਹੇ ਹਾਂ। ਤੇ ਮੁਕੰਮਲ ਕੰਪਨੀ ਦਾ ਜੈਨੂਇਨ ਸਮਾਨ ਸਾਰਾ? ਇਹ ਜੈਨੂਇਨ ਅਸੀਂ ਮਿਲਾਂ ਦਾ ਪਾਵਾਂਗੇ। ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਨਿਕਲੀ ਖਰਾਬ ਹੈ? 20 ਮਾਡਲ ਕਿਹਾ ਜੀ? ਇਹ 20 ਮਾਡਲ ਹੈਗਾ, ਮਿੱਟੀ ਖਿੱਚੀ ਹੈ ਨਾ, ਇਸ ਵਜ੍ਹਾ ਤੋਂ ਡਾਊਨ ਹੋ ਗਿਆ ਇੰਜਨ। ਅੱਛਾ ਅੱਛਾ, 20 ਮਾਡਲ ਹੈ ਜੀ। ਇਹ ਪਹਿਲੀ ਦਫਾ ਖੁੱਲਿਆ ਇੰਜਨ ਇਹਦਾ? ਇਹ ਇੰਜਨ ਪਹਿਲੀ ਦਫਾ ਖੁੱਲਿਆ ਵੇ, ਲੇਕਿਨ ਇਹਦੇ ਅੰਦਰ ਜੋ ਵੀ ਪਾਰਟਸ ਹੈਗਾ ਨਾ, ਸਾਡੀ ਮਿਲਾਂ ਦੀ ਮਨਜ਼ੂਰ ਵਰਕਸ਼ਾਪ ਹੈਗੀ, ਮੇਨ ਵਰਕਸ਼ਾਪ ਹੈ ਮਿਲਾਂ ਦੀ। ਅੱਛਾ ਅੱਛਾ। ਅਸੀਂ ਜੋ ਵੀ ਕੰਮ ਕਰਨੇ ਆ ਨਾ, ਮਿਲਾਂ ਦੇ ਜੈਨੂਇਨ ਸੋਨ ਪਾ ਕੇ ਨਾ 1 ਸਾਲ ਵਾਰੰਟੀ ਦਿੰਨੇ ਆ। ਠੀਕ ਹੋ ਗਿਆ। ਕੋਈ ਵਰਕਸ਼ਾਪ ਨਹੀਂ ਕਿਸੇ ਕੰਮ ਦੀ ਵਾਰੰਟੀ ਦੇ ਰਿਹਾ, ਲੇਕਿਨ ਲਿਹਾਜ਼ਾ ਅਸੀਂ ਅਲਹਮਦੁਲਿਲਾ ਅਸੀਂ ਆਪਣੇ ਮਿਆਰ ਦੀ, ਆਪਣੇ ਕੰਮ ਦੀ 1 ਸਾਲ ਵਾਰੰਟੀ ਦੇ ਰਹੇ ਹਾਂ। ਅੱਛਾ, ਪਾਰਟਸ ਦੀ ਵੀ ਵਾਰੰਟੀ ਹੈ? 1 ਸਾਲ ਵਾਰੰਟੀ ਹੈ ਪਾਰਟਸ ਦੀ ਵੀ? ਪਾਰਟਸ ਦੇ ਹਾਂ। ਅਲਹਮਦੁਲਿਲਾ ਸਾਡੇ ਕੋਲ ਸਾਲਾਂ ਦੇ ਸਾਲ ਤਕਰੀਬਨ 100 ਦੇ ਹਿਸਾਬ ਨਾਲ ਇੰਜਨ ਹੁੰਦੇ ਨੇ। ਸਾਡਾ ਅਜੇ ਤੱਕ ਕਿਤੇ ਗਿਲਾ ਸ਼ਿਕਵਾ ਨਹੀਂ ਆਇਆ। ਅਲਹਮਦੁਲਿਲਾ ਅਸੀਂ ਦੇਖੋ ਆਪਣਾ ਮਿਆਰ ਨੂੰ ਜਿਹੜਾ ਹੈਗਾ ਨਾ ਉਹ ਨਹੀਂ ਖਤਮ ਕੀਤਾ, ਅਲਹਮਦੁਲਿਲਾ ਆਪਣੇ ਮਿਆਰ ਨੂੰ ਬਰਕਰਾਰ ਰੱਖਿਆ ਵੇ। ਬਿਲਕੁਲ ਬਿਲਕੁਲ। ਲਓ ਜੀ, ਬਾਕੀ ਆ ਨਾਲ ਇਹ ਸਮਾਨ ਇਹਦੇ ਚੋਂ ਨਿਕਲਿਆ ਸਾਰਾ? ਹਾਂਜੀ, ਅਸੀਂ ਹੁਣ ਬੋਰਿੰਗ ਵਾਲੇ ਕੋ ਭੇਜਣ ਲੱਗੇ ਆ, ਆਪਣਾ ਜਿੱਥੇ ਬੋਰਿੰਗ ਹੋਣੀ ਹੈ। ਅੱਛਾ, ਕੀ ਕਰਾਉਣਾ ਹੁਣ ਇਹਦਾ? ਇਹਦਾ ਸਾਰਾ ਬੈਲੈਂਸਰ ਦਾ ਕੰਮ ਕਰਾਵਾਂਗੇ। ਅੱਛਾ। ਔਰ ਬਾਕੀ ਕ੍ਰੈਂਕ ਪਾਲਿਸ਼ ਹੋਣਗੇ, ਸਲੀਪਾਂ ਲੱਗਣਗੀਆਂ। ਇਹ ਸਾਰਾ ਕਰ ਕਰਾ ਕੇ ਫਿਰ ਉਦੋਂ ਬਾਅਦ ਇਹਨੂੰ ਓਵਰਆਲ ਕਰਾਂਗੇ। ਬਲਾਕ ਉਹ ਬੈਕ ਸਾਈਡ ਤੇ ਪਿਆ ਵੇ। ਅੱਛਾ, ਆ ਬਲਾਕ? ਹਾਂਜੀ। ਠੀਕ ਹੋ ਗਿਆ। ਤੇ ਆ ਕ੍ਰੈਂਕ ਕਿਹੜੀ ਪੂਰੀ ਜ਼ੀਰੋ ਤੇ ਜੇ? ਹਾਂਜੀ, ਇਹ ਸਟੈਂਡਰਡ ਤੇ ਕ੍ਰੈਂਕ। ਇਹ ਪਾਲਿਸ਼ ਹੋਏਗੀ, ਸਟੈਂਡਰਡ ਤੇ ਰਹੇਗੀ। ਅੱਛਾ, ਇਹ ਕੰਪਨੀ ਮਿਲਰ ਦੀ ਜੈਨੂਇਨ? ਇਹ ਜੈਨੂਇਨ ਮਿਲਾਂ ਦੀ ਹੈ, ਇੰਪੋਰਟ ਹੈਗੀ, ਬਾਹਰ ਇੰਪੋਰਟਡ ਕ੍ਰੈਂਕ। ਅੱਛਾ, ਓਕੇ ਹੈ ਕ੍ਰੈਂਕ? ਇਹਨੂੰ ਇਹ ਕ੍ਰੈਂਕ ਬਿਲਕੁਲ 16 ਆਨੇ ਪਈ ਹੈ। ਅੱਛਾ, ਐਵੇਂ ਪਈ ਹੈਗੀ ਹੈ? ਹਾਂਜੀ। ਤੇ ਬੈਲੈਂਸਰ ਦਾ ਵੀ ਜਿਹੜਾ ਨਾ ਐਲ ਪੰਪ ਦਾ ਕੰਮ ਕਰਾਵਾਂਗੇ। ਅੱਛਾ, ਐਲ ਪੰਪ ਦਾ? ਹਾਂ, ਕੋਈ ਪੁੱਛ ਜਿਹੜੇ ਹੈਗੇ ਬੈਰਿੰਗ ਢਿੱਲੇ ਨੇ ਇਹਨਾਂ ਦਾ। ਡੀਜ਼ਲ ਪੰਪ ਕਿਹੜਾ ਹੈ? ਡੀਜ਼ਲ ਪੰਪ ਇੰਜਨ ਦੇ ਨਾਲ ਜਦੋਂ ਵੀ ਇੰਜਨ ਓਵਰਆਲ ਕਰਨਾ ਚਾਹੀਦਾ ਨਾ, ਉਹਦੇ ਨਾਲ ਡੀਜ਼ਲ ਪੰਪ ਦਾ ਲਾਜ਼ਮੀ ਕੰਮ ਕਰਾਓ। ਅੱਛਾ ਅੱਛਾ। ਹਾਂਜੀ, ਕਿਉਂਕਿ 5-6 ਸਾਲ ਇੰਜਨ ਜਦੋਂ ਚੱਲ ਜਾਂਦਾ ਨਾ, ਹੁਣ ਤੁਹਾਨੂੰ ਕੀ ਪਤਾ ਲੱਗੇ ਕਿ ਅਸੀਂ ਇੰਜਨ ਕਰਾ ਲਈਏ, ਬਾਅਦ ਉਹ ਡੀਜ਼ਲ ਪੰਪ 'ਚ ਮਸਲਾ ਹੈ, ਫਿਰ ਉਹ ਇੰਜਨ ਤੇ ਲੋਡ ਪੈਂਦਾ ਵੇ। ਉਹ ਕਈ ਦਫਾ ਤਾਂ ਸਹੀ ਵੀ ਹੁੰਦਾ ਕਿ ਇੰਜਨ, ਫਿਰ ਵੀ ਡੀਜ਼ਲ ਪੰਪ ਜਿਹੜਾ ਹੈ ਨਾ ਇੰਜਨ ਦੇ ਨਾਲ ਲਾਜ਼ਮੀ ਚੈੱਕ ਕਰਾਓ। ਉਹ ਤੇ ਜਿਹੜਾ ਕਾਰੀਗਰ ਨੇ ਨਾ ਉਹਨਾਂ ਦੇ ਪੈਸੇ ਭਾਲ ਲੈਣੇ ਨੇ। ਉਹ ਤਾਂ ਦੇਖੋ ਨਾ, ਇਹ ਤਾਂ ਮਸ਼ਵਰਾ ਮਕੈਨਿਕ ਭਾਈ ਨੇ ਦੇਣਾ ਚਾਹੀਦਾ ਨਾ ਕਿ ਅਸੀਂ ਇੰਜਨ ਓਵਰਆਲ ਕਰ ਰਹੇ ਹਾਂ, ਤੇ ਡੀਜ਼ਲ ਪੰਪ ਔਰ ਨੋਜ਼ਲਾਂ ਦਾ ਜਿਹੜਾ ਹੈਗਾ ਨਾ, ਅਸੀਂ ਇਹਦੀ ਵੀ ਤਸੱਲੀ ਕਰਾਣੀ ਚਾਹੀਦੀ ਹੈ। ਹਾਂ, ਉਹ ਕਰਨੀ ਹੀ ਨਹੀਂ ਚਾਹੀਦੀ ਹੈ। ਠੀਕ ਹੋ ਗਿਆ। ਬਾਕੀ ਜੀ ਆ ਕੀ ਮਸ਼ਵਰਾ ਦਿੰਦੇ ਹੋ ਇੰਜਨ ਲਾਈਫ ਵਧਾਉਣ ਵਾਸਤੇ? ਤੁਸੀਂ ਤਾਂ ਦੇਖੋ ਜੀ ਮਕੈਨਿਕ ਬੰਦੇ ਹੋ, ਤੇ ਕੀ ਮਸ਼ਵਰਾ ਦਿੰਦੇ ਹੋ ਅੱਗੋਂ ਹੁਣ
ਇੰਜਨ ਯਾਰ, ਲਾਈਫ ਕਿਵੇਂ ਇਹ ਵਧਾਈ ਦੇਖੋ, ਜਾ ਸਕਦੀ ਹੈ। ਇੰਜਨ ਕੋਈ ਵੀ ਹੈ ਨਾ ਕਿਸੇ ਮਸ਼ੀਨਰੀ ਦਾ ਹੈ, ਹਾਂ ਉਹਦਾ ਇੰਜਨ ਦੀ ਜ਼ਿੰਦਗੀਆਂ ਤਿੰਨ ਨੇ। ਜੀ ਜੀ ਇੱਕ ਪਾਣੀ, ਹਾਂ और दूसरा मोबाइल हाँ। और एयर सिलेंडर। ਹਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ, ਅਲਹਮਦੁਲਿਲਾ ਇੰਜਨ 10-10 ਸਾਲ ਨਹੀਂ ਖੁੱਲੇਗਾ। ਬਿਲਕੁਲ ਬਿਲਕੁਲ। ਇਹਨਾਂ ਜਦੋਂ ਚੀਜ਼ਾਂ ਤੇ ਤੁਸੀਂ ਤਵੱਜੋ ਨਹੀਂ ਦਿਓਗੇ, ਤੁਹਾਡਾ ਇੰਜਨ ਬਹੁਤ ਜਲਦ ਖਤਮ ਹੋਏਗਾ। ਦੇਖੋ ਜੀ, ਹਰ ਚੀਜ਼ ਦੀ ਅਗਰ ਤੁਸੀਂ ਦੇਖਭਾਲ ਕਰੋ ਤੇ ਉਹ ਲੌਂਗ ਟਰਮ ਚੱਲਦੀ ਹੈ। ਹਾਂਜੀ, ਜਦੋਂ ਹੀ ਤੁਸੀਂ ਥੋੜੀ ਜੀ ਕਰੋਗੇ ਕੋਤਾਹੀ, ਉਹ ਜਿੱਡਾ ਮਰਜ਼ੀ ਤਗੜਾ ਹੋਇਆ ਇੰਜਨ, ਜਿੱਡਾ ਮਰਜ਼ੀ ਤਗੜੀ ਕੋਈ ਚੀਜ਼ ਹੋਏ। ਲੇਕਿਨ ਜਿਹੜੇ ਇਸ ਟਾਈਮ ਚਾਪਰ ਚਲਾ ਰਹੇ ਨਾ, ਮੇਰਾ ਮੈਸੇਜ ਇੱਕ ਬਹੁਤ ਹੀ ਜ਼ਰੂਰੀ ਹੈ ਕਿ ਜਿਹੜਾ ਆਪਣਾ ਫੈਨ ਬੈਲਟ ਹੈਗਾ ਨਾ, ਉਹਦਾ ਖਿਆਲ ਰੱਖਣਾ ਔਰ ਮਿਆਰੀ ਬੈਲਟ ਪਾਣ, ਕਿਉਂਕਿ ਜਿਸ ਟਾਈਮ ਟਰੈਕਟਰ ਆਪਣੇ ਟੈਂਪਰੇਚਰ ਜਾਂਦਾ ਹੈ ਨਾ, ਜੀ ਜੀ ਫੈਨ ਬੈਲਟ ਜਿਹੜਾ ਨਾ ਲਚਕ ਖਾ ਜਾਂਦਾ ਹੈ, ਲਚਕ ਉਹਦੇ ਨਾਲ ਵਾਟਰ ਪੰਪ ਪੂਰਾ ਨਾ ਸਰਕੂਲੇਸ਼ਨ ਨਹੀਂ ਕਰਦਾ, ਟਰੈਕਟਰ ਹੀਟ ਅਪ ਹੋਣ ਲੱਗ ਜਾਂਦਾ ਹੈ। ਬਿਲਕੁਲ। ਬੈਲਟ ਇੱਕ ਮਿਆਰੀ ਨਾ ਪਾਣ, ਬੈਲਟ ਮਿਆਰੀ ਪਾਣ ਕੇ ਜਿਹੜਾ ਹੈਗਾ ਨਾ, ਤੁਹਾਡਾ ਵਾਟਰ ਪੰਪ ਵੀ ਪੂਰਾ ਕੰਮ ਕਰੇਗਾ ਔਰ ਜਨਰੇਟਰ ਵੀ ਕੰਮ ਕਰੇਗਾ। ਯਾਨੀ ਕਿ ਕੰਪਨੀ ਦਾ ਰਿਕਮੈਂਡ ਇਹ ਹੈ ਵੀ ਮਿਲਤ ਦਾ ਤੁਸੀਂ ਪਾਓ। ਹਾਂਜੀ, ਹਾਂ ਮੇਲਾ ਤਾਂ ਬਹੁਤ ਅੱਛਾ ਬੈਲਟ ਹੈ, 10-10 ਸਾਲ ਨਹੀਂ ਜਾਂਦਾ। ਬਿਲਕੁਲ ਬਿਲਕੁਲ। ਬਾਕੀ ਜੀ ਨਾਲ ਤੁਹਾਨੂੰ ਦਿਖਾ ਦਿੰਦੇ ਆ ਹੈਡ ਓਕੇ। ਹਾਂਜੀ, ਹੈਡ ਵੀ ਓਕੇ ਵੇ। ਇਹਨੂੰ ਨਹੀਂ ਲਾਉਣਾ ਸੰਦੂਰ ਨਹੀਂ, ਸੰਦੂਰ ਅਸੀਂ ਨਹੀਂ ਲਵਾਉਂਦੇ, ਨਾ ਹੀ ਸਾਡਾ ਸੰਦੂਰ ਵਾਲਾ ਕੰਮ ਹੈ। ਹਾਂ ਦੇਖੋ ਸਾਡੇ ਫੇਸ ਵਾਲਾ ਅਲਹਮਦੁਲਿਲਾ ਸਾਲਾਂ ਦੇ ਸਾਲ ਚੱਲਦੇ ਨੇ। ਅੱਛਾ ਇਹ ਤਾਂ ਫੇਸਾਂ ਵਾਲਾ ਉਹ ਸੰਦੂਰ ਵਾਲਾ ਤਾਂ ਕੰਮ ਹੋਇਆ ਜਦੋਂ ਮਸ਼ੀਨਾਂ ਨਹੀਂ ਸੀ, ਅੱਛਾ ਫੇਸ ਨਹੀਂ ਸੀ ਹੁੰਦੇ ਸੀ, ਮਸ਼ੀਨਾਂ ਨਹੀਂ ਸੀ, ਹਾਂ। ਇਹ ਤਾਂ ਉਦੋਂ ਕਰਦੇ ਸੀ। ਹਰ ਬੰਦੇ ਦਾ ਆਪਣਾ ਆਪਣਾ ਤਰੀਕਾ ਕਾਰ ਹੈ ਜੀ। ਨਹੀਂ ਅਸੀਂ ਅੱਜ ਤੋਂ 50 ਸਾਲ ਪਹਿਲਾਂ ਲੱਗਦਾ ਸੀ ਜੀ। ਅੱਛਾ ਅੱਛਾ। ਉਮੀ ਉਸ ਦੂਰ ਦਾ ਜਦੋਂ ਮਸ਼ੀਨ ਨਹੀਂ ਸੀ ਫੇਸ ਵਾਲੀ, ਹੁਣ ਤਾਂ ਮਸ਼ੀਨਾਂ ਜਦੋਂ ਜਦੀਦ ਆ ਗਈਆਂ ਨੇ। ਫੇਸ ਵਾਲੀ ਨਹੀਂ ਸੀ, ਉਦੋਂ ਖਰਾਬ ਮਿਸਤਰੀ ਖੋਲਦਾ ਸੀ, ਖੁਦ ਬੈਗ ਨੂੰ ਸੰਦੂਰ ਲਾਉਂਦਾ ਸੀ, ਬੈਗ ਰੱਖਦਾ ਸੀ। ਉਹ ਨਹੀਂ, ਉਹ ਫਿਰ ਸ਼ੱਕੋ ਸ਼ੁਬਾ ਦੂਰ ਕਰਨ ਲਈ ਫਿਰ ਸੰਦੂਰ ਲਾਉਂਦੇ ਨੇ ਨਾ। ਦੇਖੋ ਇਹ ਜੈਨਵਨ ਦਾ ਫੇਸ ਹੈਗਾ ਅਲਹਮਦੁਲਿਲਾ, ਜੇ ਇਹਦੇ ਕੋਈ ਮਸਲਾ ਹੁੰਦਾ ਹੁਣ ਤਾਂ ਇਹਦੇ ਨੇ ਗੈਸਕਟ ਕ੍ਰਾਸ ਕਰ ਜਾਣਾ ਸੀ। ਬਿਲਕੁਲ ਬਿਲਕੁਲ। ਅੱਛਾ, ਪੀਸ ਪੂਸ ਜਿਹੜੇ ਇਹਦੇ ਨੇ ਉਹ ਜਨਮ ਨਹੀਂ ਲੱਗਣੇ ਨੇ? ਨਹੀਂ, ਇਹ ਪੀਸ ਅਸੀਂ ਦੁਬਾਰਾ ਪਾਵਾਂਗੇ। ਇਹ ਕਿਹੜੇ ਕਿੱਥੋਂ ਲਏ ਜੇ? ਇਹ ਸਾਡੇ ਮਹਿਲ ਦੇ ਨੇ। ਅੱਛਾ, ਕੰਪਨੀ ਚੋਂ ਲੈਣਗੇ? ਹਾਂਜੀ, ਇਹ ਮਹਿਲ ਦੇ ਨੇ। ਆ ਨਵੇਂ ਜੀ? ਹਾਂਜੀ ਆ ਲਓ ਜੀ, ਆ ਸਪੈਸ਼ਲ ਪੀਸ ਇਹਦੇ ਵਿੱਚ ਪੈਣਗੇ। ਹਾਂਜੀ, ਬਦਲਣਗੇ ਨਾ ਹੁਣ? ਇਹ ਬਦਲਾਂਗੇ, ਇਹ ਤਾਂ ਵੈਸੇ ਉਹਨਾਂ ਮੁੰਡੇ ਨੇ ਧੋ ਕੇ ਰੱਖਦੇ ਨੇ। ਹਾਂ ਲਓ ਜੀ। ਬਾਕੀ ਸਾਡਾ ਸਮਾਨ ਵਾਸ਼ ਹੋਇਆ ਪਿਆ, ਇਨਸ਼ਾਅੱਲਾ ਅਸੀਂ 1-2 ਦਿਨ ਦੇ ਅੰਦਰ ਅੰਦਰ ਇਹਦੇ ਇੰਜਨ ਨੂੰ ਓਵਰਆਲ ਕਰਾਂਗੇ। ਇਹ ਕਿੰਨਾ ਖਰਚਾ ਜੇ ਓਵਰਆਲ ਦਾ? ਇੰਜਨ ਨਾਲ ਤੇ ਮੁxtਲਿਫ ਖਰਚੇ ਨੇ ਯਾਰ। ਅੱਛਾ ਅੱਛਾ ਮੁxtਲਿਫ ਨੇ। ਅੱਛਾ, ਮਤਲਬ ਇੱਥੇ ਅਸੀਂ ਆਪਣੇ ਨਹੀਂ ਨਾ ਦੱਸ ਸਕਦੇ ਵੀ ਇੰਨਾ ਖਰਚਾ ਆ ਜਾਂਦਾ ਵੇ। ਯਾਨੀ ਕਿ ਮਜ਼ਦੂਰੀ ਸਾਰੀ ਜਿਹੜੀ ਆ ਵਿੱਚੇ ਪਾ ਪੂਗੇ? ਹਾਂਜੀ, ਐਂਡ ਤੇ ਸਾਡਾ ਜਿਹੜਾ ਨਾ ਕੰਪਨੀ ਦਾ ਜਿਹੜਾ ਹੈਗਾ ਬਿੱਲ ਉਹ ਪੈਡ ਤੋਂ ਨਿਕਲਦਾ ਵੇ ਇਕੱਠਾ। ਠੀਕ ਹੋ ਗਿਆ। ਲਓ ਜੀ, ਕੰਮ ਇਹਨਾਂ ਨੇ ਕਰਨਾ ਸਾਰਾ ਕੋਈ ਲੋਕਲ, ਇਹਨਾਂ ਵਿੱਚ ਪਾਰਟਸ ਯੂਜ਼ ਨਹੀਂ ਕਰਨਾ। ਅਸੀਂ ਇਸ ਟਾਈਮ ਆਥੋਰਾਈਜ਼ ਵਰਕਸ਼ਾਪ 'ਚ ਮੌਜੂਦ ਹਾਂ ਜੀ, ਮਿਲਰ ਟਰੈਕਟਰ ਦੀ ਉਸਮਾਨ ਇੰਟਰਪ੍ਰਾਈਜ਼। ਤੇ ਇੱਥੇ ਤੁਹਾਨੂੰ ਪਤਾ ਟਰੈਕਟਰ ਆਉਂਦੇ ਰਹਿੰਦੇ ਨੇ। ਮੈਂ ਕਿਹਾ ਚਲੋ ਅੱਗੋਂ ਸੀਜ਼ਨ ਆਉਣ ਲੱਗਾ ਵਾ, ਚਲੋ ਇhtiyati ਤਦਾਬੀਰਾਂ ਜ਼ਿਮੀਂਦਾਰਾਂ ਵਾਸਤੇ ਸ਼ੇਅਰ ਕਰਦੀ ਹੈ ਕਿ ਕਿਹੜੀਆਂ ਜ਼ਰੂਰੀ ਨੇ। ਕਿ ਤੇ ਬਾਕੀ ਜਿਹੜੇ ਸਾਡੇ ਐਸੇ ਡਰਾਈਵਰ ਨੇ ਨਾ, ਨਵੇਂ ਟਰੈਕਟਰ ਦੇ ਤੋਂ ਥਰਮੋਸਟੇਟ ਵਾਲ ਕੱਢ ਦਿੰਦੇ ਨੇ। ਹਾਂ, ਥਰਮੋਸਟੇਟ ਵਾਲ ਜਿਹੜਾ ਹੈ ਨਾ ਕਿਸੇ ਸੂਰਤ ਨਹੀਂ ਕਰਨਾ ਚਾਹੀਦਾ। ਅੱਛਾ ਅੱਛਾ ਅੱਛਾ। ਥਰਮੋਸਟੇਟ ਦਾ ਵਾਲ ਦਾ ਬਹੁਤ ਹੀ ਫਾਇਦਾ ਹੈ। ਹਾਂ ਉਹਦੇ ਅੰਦਰ ਤੁਹਾਨੂੰ ਟੈਂਪਰੇਚਰ ਦਾ ਪਤਾ ਲੱਗੇਗਾ ਕਿ ਸਾਡੇ ਇੰਜਨ ਦਾ ਕਿੰਨਾ ਟੈਂਪਰੇਚਰ ਹੈ। ਬਿਲਕੁਲ। ਜਦੋਂ ਅਸੀਂ ਕੱਢ ਦਿਆਂਗੇ ਨਾ, ਸਾਡਾ ਸਮਝ ਲਓ ਕਿ 1 ਨੰਬਰ 3 ਨੰਬਰ ਇੱਥੇ ਤੱਕ ਸਰਕੂਲੇਸ਼ਨ ਪਾਣੀ ਦੀ ਆਏਗੀ, 4 ਨੰਬਰ ਤੇ ਨਹੀਂ ਜਾਏਗੀ, ਕਿਉਂਕਿ ਪਾਣੀ ਬਾਈਪਾਸ ਹੋ ਜਾਏਗਾ। ਬਿਲਕੁਲ। ਉਹਦੇ ਨਾਲ ਲਿਹਾਜ਼ਾ ਜਿਹੜਾ ਕਿ ਨਾ ਇਹ ਇhtiyat ਕਰਨ, ਥਰਮੋਸਟੇਟ ਵਾਲ ਕਿਸੇ ਸੂਰਤ ਨਾ ਕੱਢਣ ਜਿਹਦੇ ਅੰਦਰ ਨਹੀਂ ਉਹ ਵਾਲ ਪਾਣ। ਠੀਕ ਹੋ ਗਿਆ, ਠੀਕ ਹੋ ਗਿਆ।